अस्सलाम वालेकुम। FTM 105 ਦੇ ਨਾਲ ਮੈਂ ਤੁਹਾਡਾ ਹੋਸਟ ਫਾਰੂਕ ਤੈयब ਤੇ ਅੱਜ ਅਸੀਂ ਪਹੁੰਚੇ ਹਾਂ 47 ਖਤਰਾਵਾਂ ਪਿੰਡ। ਉੱਥੇ ਸਾਡੇ ਕੋਲ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਨੂੰ ਸਾਰੇ ਉਹ ਮੰਦਰ ਯਾਦ ਨੇ ਕਿ ਕਿਵੇਂ ਹੱਲੇ ਪਏ, ਕਿਵੇਂ ਵਾਕਿਆ ਹੋਇਆ। ਉਹਨਾਂ ਨਾਲ ਚੰਦ ਮਿੰਟ ਗੱਲ ਕਰਨੇ ਆ। ਉਮੀਦ ਹੈ ਬਹੁਤ ਅੱਛਾ ਰਿਸਪੌਂਸ ਦੇਣਗੇ। अस्सलाम वालेकुम। वालेकुम सलाम। ਬਜ਼ੁਰਗੋ ਤੁਹਾਡਾ ਨਾਮ ਕੀ ਹੈ? मुबारक अली। ਤੇ ਉਹ ਐਡਰੈਸ ਯਾਦ ਆ ਕੋਈ ਤੁਹਾਨੂੰ ਇੰਡੀਆ ਦਾ ਜਿੱਥੇ ਰਿਹਾ ਸੀ ਤੁਹਾਡਾ ਮਹੱਲਾ, ਐਡਰੈਸ ਪੂਰਾ, ਤਹਿਸੀਲ, ਜ਼ਿਲ੍ਹਾ? ਜ਼ਿਲ੍ਹਾ ਮਾਲਾ, ਹਾਂਜੀ। ਤਹਿਸੀਲ ਖੈੜ, ਤਹਿਸੀਲ ਖੈਰ, ਪਿੰਡ ਮੈਨ, ਹਜ਼ਾਰਾ ਪਿਆ। ਹਾਂਜੀ। ਉੱਥੋਂ ਆ ਕੇ ਅੰਬਾਲੇ ਕੰਪ ਲੱਗ ਗਏ। ਤੇ ਤੁਹਾਨੂੰ ਡਾਕਖਾਨੇ ਦਾ ਪਤਾ ਕੀ ਸੀ? ਡਾਕਖਾਨੇ ਦਾ ਨਹੀਂ ਪਤਾ। ਤੇ ਸਕੂਲ ਦਾ ਨਾਮ? ਸਕੂਲ ਸਾਡੇ ਤੋਂ ਦੋ ਤਿੰਨ ਮੀਲ ਪਰਾਂ ਸੀ। ਪੜ੍ਹੇ ਸੀ ਉੱਥੇ ਕੁਛ ਕਲਾਸਾਂ 2-4? ਹਾਂ, ਕੋਈ 2 ਕੀ ਜਮਾਤਾਂ ਪੜ੍ਹੀਆਂ ਸੀ। ਤੇ ਤੁਹਾਡੇ ਉਸਤਾਦਾਂ ਦਾ ਕੋਈ ਨਾਮ ਯਾਦ ਹੋਵੇ ਤੁਹਾਨੂੰ? ਕੋਈ ਯਾਦ ਨਹੀਂ। ਤੇ ਕੋਈ ਜਿਹੜੇ ਨਾਲ ਪੜ੍ਹਦੇ ਕਲਾਸ ਫੈਲੋ ਹੁੰਦੇ, ਕਲਾਸ ਦੇ ਮੁੰਡੇ? ਕੋਈ ਨਹੀਂ। ਉਹ ਇਹਨਾਂ ਨੂੰ ਕੀ ਪਤਾ ਹੁੰਦਾ ਕਲਾਸ ਵੇਲੇ ਦਾ। ਉਦਾਂ ਇਹ ਯਾਦ ਜਦੋਂ ਤੁਸੀਂ ਉੱਥੋਂ ਆਏ ਕਿਵੇਂ ਹਾਲਾਤ ਸੀਗੇ? ਹਾਲਾਤ ਇਸੇ ਤਰ੍ਹਾਂ ਹੀ ਮਾਰਦੇ ਵੱਢਦੇ ਤੇ ਮਰ ਕੇ ਆ ਕੇ ਅੰਬਾਲੇ ਕੰਪ ਲੱਗ ਗਿਆ। ਅੱਛਾ। ਤੇ ਉੱਥੇ ਦਰਖਤਾਂ ਦੇ ਪੱਤੇ ਖਾਧੇ, ਅਮਰੂਦ ਖਾਧੇ ਕੱਚੇ, ਤੇ ਖਾ ਕੇ ਆਪਣਾ ਗੁਜ਼ਾਰਾ ਕੀਤਾ। ਮੁੜ ਕੇ ਇੱਧਰ ਆ ਗਏ, ਮੰਗ ਕੇ ਆਟੇ ਖਾਧੇ, ਮੰਗ ਕੇ ਰੋਟੀਆਂ ਖਾਧੀਆਂ। ਤੇ ਕਿੰਨੇ ਬੰਦੇ ਸੀ ਇੱਥੇ ਆਏ ਜਿਹੜੇ ਇਸ ਪਿੰਡ 'ਚ ਤੁਹਾਡੇ ਸਾਥੀ ਹੋਰ ਵੀ ਹੈਗੇ ਜਿਹੜੇ ਉੱਥੋਂ ਇਕੱਠੇ ਉੱਠ ਕੇ ਆਏ? ਆਹ ਦੇਖ ਸਾਥੀ ਬੈਠਿਆ। ਅੱਛਾ। ਇਹ ਮੈਥੋਂ ਬੜਾ ਭਾਈ ਤੁਹਾਡਾ? ਹਾਂ, ਭਾਈ ਸਮਝ ਲਓ। ਤੇ ਉੱਥੋਂ ਜਦੋਂ ਤੁਸੀਂ ਆਏ ਤੇ ਕਈਆਂ ਨੂੰ ਕਹਿੰਦੇ ਸਿੱਖਾਂ ਨੇ ਬੜੇ ਪਿਆਰ ਨਾਲ ਤੋਰਿਆ, ਮੁਹੱਬਤ ਪਿਆਰ ਨਾਲ, ਤੇ ਕਈਆਂ ਨਾਲ ਆਏ। ਤੁਹਾਡੇ ਨਾਲ ਕਿਵੇਂ ਸੀ? ਉਹਨਾਂ ਮੁਹੱਬਤ ਪਿਆਰ ਨਾਲ ਇੱਕ ਪਿੰਡ 'ਚ ਇਕੱਠੇ ਹੋ ਗਏ। ਸਿੱਖਾਂ ਨੇ ਪਹਿਰਾ ਦਿੱਤਾ। ਪਹਿਲਾਂ ਵੀ ਤੁਹਾਨੂੰ ਕੁਛ ਨਹੀਂ ਹੁੰਦਾ ਸੀ, ਤੁਹਾਡੇ ਪਹਿਰਾ ਦਿੰਦੇ। ਮੁੜ ਕੇ ਉਹਨਾਂ ਨੇ ਜਨਾਬ ਰਾਤ ਕੱਟ ਕੇ ਤੇ ਫਿਰ ਉਹ ਕਹਿਣ ਲੱਗੇ ਚਲੋ ਜੀ ਤੁਹਾਨੂੰ ਹੁਣ ਅਸੀਂ ਆਪਣਾ ਬੰਨਾ ਟਪਾਇਆ ਜੀ। ਉਹ ਸਿੱਖਾਂ ਨੇ ਫਿਰ ਬੰਨਾ ਟਪਾਤਾ। ਤੁਹਾਡੀ ਕੋਈ ਜਾਇਦਾਦ ਹੈ ਸੀ ਉੱਧਰ? ਹਾਂ, ਜਾਇਦਾਦ ਹੈ ਸੀ। ਸਾਰੀ ਫਿਰ ਛੱਡ ਕੇ ਆ ਗਏ ਕਿ ਲੈ ਕੇ ਕੁਛ ਆ ਗਏ? ਨਹੀਂ, ਇੱਥੇ ਫਾਰਮ ਨਹੀਂ ਹੈ, ਇੱਥੇ ਆ ਕੇ ਪਈਆਂ ਨਹੀਂ ਜਾਇਦਾਦਾਂ ਸਾਰੀਆਂ। ਹਾਂਜੀ। ਯਾਨੀ ਕਿ ਉਹਦੇ ਬਦਲੇ ਤੁਹਾਨੂੰ ਇੱਥੇ ਮਿਲ ਗਿਆ ਸਭ ਕੁਝ? ਹਾਂ, ਠੀਕ ਹੈ। ਇੱਥੋਂ ਆਪਣੇ ਪਿੰਡ ਦਾ ਕੋਈ ਤਾਰਫ ਹੈਗਾ? ਕੋਈ ਕਿਦੋਂ ਦਾ ਪਿੰਡ ਪੁਰਾਣਾ ਇਹ ਬਣਿਆ? ਇਹ ਨਹੀਂ ਪਤਾ ਕਦੋਂ ਦਾ ਬਣਿਆ। ਸੁਣਿਆ ਇੱਥੇ ਸਿੱਖ ਸੁਖ ਬਾਹਰ ਰਹਿੰਦੇ। ਕਿੰਨੀ ਦੇਰ ਇੱਥੇ ਆਏ ਤੁਹਾਨੂੰ ਹੋਏ? ਤਕਰੀਬਨ ਹੋ ਹੀ 40 ਕੁ ਸਾਲ। 40 ਸਾਲ। ਤੇ ਉੱਥੋਂ ਜਦੋਂ ਆਏ ਤੁਸੀਂ ਇੰਡੀਆ ਚੋਂ, ਤੇ ਕਿੱਥੇ ਤੁਹਾਡਾ ਅੱਡਾ ਲੱਗਾ? ਕੈਂਪ ਕਿੱਥੇ ਲੱਗੇ ਤੁਹਾਡੇ? ਕੈਂਪ ਵਾਲੇ ਕੈਂਪਾਂ 'ਚ ਕਹਿੰਦੇ ਬਿਮਾਰੀਆਂ ਬਹੁਤ ਲੱਗੀਆਂ ਸੀ ਉਹਨਾਂ ਦਿਨਾਂ 'ਚ। ਤੇ ਵੀ ਲੱਗੇ ਆ, ਬਾਲੇ ਵੀ ਲੱਗੇ, ਬਿਮਾਰੀਆਂ ਵੀ ਲੱਗੀਆਂ, ਸਭ ਕੁਝ ਹੀ ਹੋਇਆ। ਅੱਛਾ। ਤੇ ਉੱਧਰੋਂ ਆਏ ਤੁਸੀਂ ਅਲੱਗਾ ਹੋਏ ਪਾਕਿਸਤਾਨ ਨਾਲ, ਕਿਵੇਂ ਖੁਸ਼ੀ ਮਹਿਸੂਸ ਕੀਤੀ ਜਾਂ ਪਰੇਸ਼ਾਨੀ ਬਣੀ? ਨਹੀਂ, ਖੁਸ਼ੀ ਆ। ਮੈਂ ਕਹਿੰਦਾ ਛਾਲਾ ਮਾਰਦੇ ਫਿਰਦੇ ਸੀ, ਮਰ ਕੇ ਅਸੀਂ ਟਾਈਮ ਪਾਸ ਕਰਦੇ ਸੀ, ਗੱਲਾਂ ਦੇ ਕਰਦੇ। ਹਾਂ। ਨਹੀਂ, ਮੇਰਾ ਮਤਲਬ ਹੈ ਕਿ ਆਪਾਂ ਅਲੱਗਾ ਹੋਏ, ਜਾਨ ਛੁੱਟੀ ਉਹਨਾਂ ਤੋਂ। ਹਾਂ, ਇਹ ਤਾਂ ਖੁਸ਼ੀ ਹੈ ਕਿ ਨਹੀਂ? ਮੋਇਆ ਦੇ ਸਿਰ ਤੇ ਟੱਬਰ ਖਤਮ ਹੋ ਗਏ, ਜਾਨ ਛੁੱਟੀ। ਤੇ ਬਜ਼ੁਰਗ ਤੁਹਾਡਾ ਬਹੁਤ ਸ਼ੁਕਰੀਆ। ਤੇ ਕਾਰੀ ਇਮਰਾਨ ਸਾਹਿਬ ਸਾਡੇ ਕੋਲ ਨੇ, ਜਿਨ੍ਹਾਂ ਦੇ ਜ਼ਰੀਏ ਇਹਨਾਂ ਤੱਕ ਪਹੁੰਚੇ। ਇਹਨਾਂ ਦੀ ਇਜਾਜ਼ਤ ਨਾਲ ਹੀ ਗੱਲ ਹੋਈ ਸਾਡੇ ਨਾਲ। ਜੇ ਅਸੀਂ ਖੁਦ ਬਜ਼ੁਰਗਾਂ ਦੇ ਕੋਲ ਆਉਂਦੇ ਸਾਨੂੰ ਇਹ ਗੱਲ ਕਰਨ ਦਾ ਮੌਕਾ ਨਹੀਂ ਸੀ ਮਿਲਣਾ। ਕਿਉਂ ਕਾਰੀ ਇਮਰਾਨ ਸਾਹਿਬ, ਤੁਸੀਂ ਕੀ ਕਹਿੰਦੇ ਆ? ਬਹੁਤ ਅੱਛਾ ਹੋਇਆ ਜੀ। ਪੁਰਾਣੀ ਯਾਦਾਂ ਦੇ ਸਾਡੇ ਵਾਸਤੇ ਨਸੀਹਤਾਂ ਦੇ ਵਾਕਿਆਤ ਔਰ ਜਿਹੜਾ ਨਾ ਬਹੁਤ ਅੱਛੀਆਂ ਗੱਲਾਂ ਹੈ, ਤਾਂ ਕਿ ਨਾਜ਼ਰੀਨ ਦਾ ਪਤਾ ਲੱਗੇ ਕਿ ਪਹਿਲੇ ਵਕਤ ਬਜ਼ੁਰਗਾਂ ਨੇ ਕਿਸ ਤਰ੍ਹਾਂ ਗੁਜ਼ਾਰੇ ਔਰ ਪਹਿਲੀਆਂ ਮੁਸ਼ਕਲਾਤ ਕਿਤਨੀਆਂ ਸਨ ਔਰ ਹੁਣ ਆਸਾਨੀਆਂ ਕਿਤਨੀਆਂ। ਪਹਿਲੀ ਦੀ ਜ਼ਿੰਦਗੀ ਬਿਹਤਰ ਸੀ ਜਾਂ ਹੁਣ ਦੀ ਜ਼ਿੰਦਗੀ? ਸਾਡੇ ਵਾਸਤੇ ਨਾਲੇਜ ਹੈ, ਸਾਡੇ ਵਾਸਤੇ ਲੰਮਾ ਫਿਕਰੀਆ ਕਿ ਪਿਛਲੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ ਕਿਨ ਮੁਸ਼ਕਲਾਤ ਦੇ ਅੰਦਰ, ਤੇ ਅਸੀਂ ਲੋਕ ਜਿਹੜਾ ਹੈ ਕਿਤਨੀ ਆਸਾਨੀਆਂ ਦੇ ਬਾਵਜੂਦ ਇਹਨਾਂ ਬਜ਼ੁਰਗਾਂ ਦਾ ਅਦਬ ਇਹਤਰਾਮ, ਇਹਨਾਂ ਬਜ਼ੁਰਗਾਂ ਦੇ ਨਾਲ ਚੱਲਣਾ, ਬੈਠਣਾ, ਉੱਠਣਾ, ਇਹਨਾਂ ਦੀ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਆਪਣੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਤੇ ਇਹ ਬਹੁਤ ਅੱਛਾ ਸੈਟਅਪ ਕਾਰੀ ਫਾਰੂਕ ਤੈयब ਸਾਹਿਬ ਨੇ ਸ਼ੁਰੂ ਕੀਤਾ। ਮੇਰੇ ਖਿਆਲ ਦੇ ਮੁਤਾਬਕ ਬਹੁਤ ਅੱਛਾ ਸੈਟਅਪ ਹੈ। ਇਹ ਹੋਣਾ ਚਾਹੀਦਾ। ਹਰ ਪਿੰਡ ਦੇ ਅੰਦਰ ਐਸੀ ਬਜ਼ੁਰਗ ਸ਼ਖਸੀਅਤ ਮੌਜੂਦ ਹੈ ਕਿ ਜਿਨ੍ਹਾਂ ਦੇ ਦਿਲ ਦੇ ਅੰਦਰ ਇੱਕ ਦੁੱਖ ਭਰੀ ਦਾਸਤਾਨ ਹੈ, ਕਿਸੇ ਨੂੰ ਦੱਸ ਵੀ ਨਹੀਂ ਸਕਦੇ, ਕੁਝ ਗੱਲਾਂ ਐਸੀਆਂ। ਤੇ ਇਹ ਬਹੁਤ ਅੱਛਾ ਇੱਕ ਸੈਟਅਪ ਹੋਣਾ ਚਾਹੀਦਾ। ਮੇਰੇ ਖਿਆਲ ਦੇ ਮੁਤਾਬਕ ਫਾਰੂਕ ਤैयब ਸਾਹਿਬ ਨੇ ਬਹੁਤ ਅੱਛਾ ਸੈਟਅਪ ਚਲਾਇਆ। ਔਰ ਸੰਡੇ ਦੀ ਸੰਡੇ ਹਰ ਗਾਉਂ ਦੇ ਅੰਦਰ, ਹਰ ਪਿੰਡ ਦੇ ਅੰਦਰ ਬਜ਼ੁਰਗ ਐਸੀ ਹਸਤੀਆਂ ਮੌਜੂਦ ਆ ਤੇ ਜਿਨ੍ਹਾਂ ਕੋਲੋਂ ਇਹਨਾਂ ਇੱਦਾਂ ਦੇ ਦਾਸਤਾਨ, ਇਹਨਾਂ ਦੇ ਵਾਕਿਆਤ ਸੁਣ ਕੇ ਸਾਡੇ ਵਾਸਤੇ ਇਹ ਲੰਮਾ ਫਿਕਰੀਆ, ਅਸਲ ਗੱਲ ਕਿ ਸਾਡੇ ਵਾਸਤੇ ਲੰਮਾ ਫਿਕਰੀਆ, ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਪਣੀ ਜਿਹੜੀ ਨਾ ਆਪਣੀ ਜ਼ਿੰਦਗੀ ਨੂੰ ਅੱਛਾ ਤਰੀਕਾਕਾਰ ਇਖਤਿਆਰ ਕਰ ਸਕੀਏ। ਬਹੁਤ ਸ਼ੁਕਰੀਆ ਫਾਰੂਕ ਤैयब ਸਾਹਿਬ ਦਾ, ਬਹੁਤ ਸ਼ੁਕਰੀਆ। ਨਾਜ਼ਰੀਨ, ਅਸਲ ਗੱਲ ਇਹ ਕਿ ਸਾਡਾ ਕੰਮ ਕਰਨ ਦਾ ਮਕਸਦ ਹੈ ਅੱਜ ਦੇ ਨੌਜਵਾਨਾਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਕਿਵੇਂ ਬਣਿਆ। ਇਹ ਪਾਕਿਸਤਾਨ ਦੀ ਕਦਰ ਕਰਨ, 14 ਅਗਸਤ ਦੀ ਆਪਣੇ ਜਸ਼ਨ ਮਨਾਉਂਦੇ, ਕਦੀ ਯਾਦ ਕਰਨ ਉਹ ਦਿਨ ਨੂੰ ਜਦੋਂ ਇਹਨਾਂ ਬਜ਼ੁਰਗਾਂ ਨੇ ਤਕਲੀਫਾਂ ਬਰਦਾਸ਼ਤ ਕੀਤੀਆਂ। ਬੜਿਆਂ ਲੋਕਾਂ ਦੇ ਭੈਣ ਭਾਈ ਨਹੀਂ ਮਿਲੇ, ਕਈਆਂ ਦੇ ਵਾਲਦੈਨ ਨਹੀਂ ਮਿਲੇ, ਬੜੀਆਂ ਤਕਲੀਫਾਂ ਨਾਲ ਪਾਕਿਸਤਾਨ ਸਾਨੂੰ ਮਿਲਿਆ। ਅੱਜ ਨੌਜਵਾਨੋਂ, ਅੱਜ ਪਾਕਿਸਤਾਨ ਦੀ ਕਦਰ ਕਰੋ। बहुत शुक्रिया नाजरीन दा। अल्लाह हाफिज़।